ਅੱਜ ਦੇ ਵਚਨ ਨੂੰ ਸੁਣਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰਾਂਗੇ। ਦਿਆਲੂ ਪ੍ਰਭੂ, ਅੱਜ ਦੇ ਸੁੰਦਰ ਵਚਨ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹਾਂ। ਇਹ ਵਚਨ ਤੇਰੇ ਵੱਲੋਂ ਸਾਨੂੰ ਦਿੱਤਾ ਗਿਆ ਹੈ, ਸਾਡੀ ਆਤਮਿਕ ਉન્નਤੀ ਦੇ ਲਈ ਹੈ। ਇਸ ਲਈ ਇਸ ਵਚਨ ਦੇ ਰਾਹੀਂ ਤੇਰੀ ਹੀ ਮਹਿਮਾ, ਤੇਰੀ ਹੀ ਵਡਿਆਈ ਹੋਵੇ। ਇਸ ਸੁੰਦਰ ਦਿਨ ਦੇ ਵਿੱਚ ਆਪ ਨੇ ਵਚਨ ਸਾਨੂੰ ਇਸ ਲਈ ਦਿੱਤਾ ਹੈ ਕਿ ਤੇਰੇ ਪਦ ਚਿੰਨ੍ਹਾਂ ਦੇ ਉੱਤੇ ਚੱਲ ਕੇ ਅਸੀਂ ਤੇਰੀ ਜਿਉਂਦੀ ਆਸ ਵਿੱਚ ਵੱਧਦੇ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ। ਜਿੰਨੇ ਵੀ ਵਚਨ ਸੁਣ ਰਹੇ ਨੇ ਉਹਨਾਂ ਨੂੰ ਆਸ਼ੀਸ਼ ਦੇ, ਬੋਲਣ ਵਾਲੇ ਨੂੰ ਆਪਣੀ ਤੌਫੀਕ ਅਤੇ ਬੁੱਧ ਦੇ, ਤਾਂ ਕਿ ਤੇਰੇ ਕੂੜ ਭੇਤਾਂ ਨੂੰ ਤੇਰੇ ਵਿੱਚ ਸਿੱਖਦਿਆਂ ਹੋਇਆਂ, ਸਿਖਾਉਂਦਿਆਂ ਹੋਇਆਂ ਤੇਰੇ ਵਿੱਚ ਤੇਰੀ ਮਹਿਮਾ ਕਰਦਾ ਹੋਇਆ ਪਾਇਆ ਜਾਏ। ਅਜਿਹਾ ਹੋਣ ਦੇ ਲਈ ਮਦਦ ਕਰ। ਇੱਕ ਇੱਕ ਪਲ ਦੇ ਲਈ ਅੱਜ ਦੇ ਵਚਨ ਨੂੰ ਅਤੇ ਸੁਣਨ ਵਾਲੇ ਨੂੰ ਅਤੇ ਬੋਲਣ ਵਾਲੇ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ 'ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਦਾ ਹਿੱਸਾ ਮੈਂ ਲਿਆ ਹੈ ਉਹ ਲਿਆ ਹੈ ਗਲਾਤੀਆਂ ਦੀ ਪੁਸਤਕ, ਉਸ ਦਾ 1 ਅਧਿਆਏ 6 ਤੋਂ ਲੈ ਕੇ 9 ਆਇਤਾਂ ਤੱਕ। ਲਿਖਿਆ ਹੈ, ਮੈਂ ਅਚਰਜ ਹੁੰਦਾ ਹਾਂ ਜੋ ਤੁਸੀਂ ਉਸ ਤੋਂ ਜਿਹਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ ਐਨੀ ਛੇਤੀ ਹੋਰ ਕਿਸੇ ਖੁਸ਼ਖਬਰੀ ਵੱਲ ਝੁਕਦੇ ਜਾਂਦੇ ਹੋ। ਪਰ ਉਹ ਤਾਂ ਦੂਜੀ ਖੁਸ਼ਖਬਰੀ ਨਹੀਂ, ਪਰ ਕਈ ਹਨ ਜਿਹੜੇ ਤੁਹਾਨੂੰ ਘਬਰਾਉਂਦੇ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਵਿਗਾੜਨਾ ਚਾਹੁੰਦੇ ਹਨ। ਪਰ ਜੇਕਰ ਅਸੀਂ ਵੀ ਜਾਂ ਸਵਰਗ ਦਾ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨਾਂ ਜਿਹੜੀ ਅਸਾਂ ਤੁਹਾਨੂੰ ਸੁਣਾਈ ਸੀ ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸ਼ਰਾਪਿਤ ਹੋਵੇਗਾ। ਜੇਕਰ ਅਸਾਂ ਅੱਗੇ ਕਿਹਾ ਤਿੱਕਰ ਹੁਣ ਫੇਰ ਮੈਂ ਆਖਦਾ ਹਾਂ, ਭਾਈ ਜੇ ਕੋਈ ਹੋਰ ਖੁਸ਼ਖਬਰੀ ਤੋਂ ਬਿਨਾਂ ਜਿਹੜੀ ਤੁਸਾਂ ਕਬੂਲ ਕੀਤੀ ਤੁਹਾਨੂੰ ਕੋਈ ਹੋਰ ਖੁਸ਼ਖਬਰੀ ਸੁਣਾਵੇ ਤਾਂ ਉਹ ਸ਼ਰਾਪਤ ਹੋਵੇਗਾ। ਇਸ ਦਾ ਜੋ ਮੈਂ ਸਬਜੈਕਟ ਲਿਆ ਹੈ, ਪਰਮੇਸ਼ਵਰ ਦੀ ਸੱਚੀ ਖੁਸ਼ਖਬਰੀ ਜਿਹੜੀ ਜੀਵਨ ਦਿੰਦੀ ਹੈ, ਹੋਰ ਕੋਈ ਨਹੀਂ। ਪਰਮੇਸ਼ਵਰ ਦੀ ਖੁਸ਼ਖਬਰੀ, ਸੱਚੀ ਖੁਸ਼ਖਬਰੀ ਜਿਹੜੀ ਜੀਵਨ ਦਿੰਦੀ ਹੈ, ਹੋਰ ਕੋਈ ਨਹੀਂ। ਇਹ ਜਦੋਂ ਮੈਂ ਖੰਡ ਪੜ੍ਹ ਰਿਹਾ ਸਾਂ ਤਾਂ ਮੈਂ ਅੱਜ ਦੇ ਮਾਹੌਲ ਦੇ ਮੁਤਾਬਕ ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਧਿਆਨ ਕਰ ਰਿਹਾ ਹਾਂ। ਅੱਜ ਦੇ ਸਮੇਂ ਦੇ ਵਿੱਚ ਲੋਕ ਪਰਮੇਸ਼ਵਰ ਦੀ ਖੁਸ਼ਖਬਰੀ ਦਾ ਕੋਈ ਮਹੱਤਵ ਨਹੀਂ ਸਮਝਦੇ। ਜੇ ਕਿਸੇ ਨੂੰ ਪੁੱਛਿਆ ਜਾਵੇ ਖੁਸ਼ਖਬਰੀ ਹੈ ਕੀ, ਤਾਂ ਉਹਨਾਂ ਨੂੰ ਜਵਾਬ ਨਹੀਂ ਹੁੰਦਾ ਕਿ ਖੁਸ਼ਖਬਰੀ ਕੀ ਹੈ। ਉਹਨਾਂ ਦਾ ਖੁਸ਼ਖਬਰੀ ਦਾ ਮਤਲਬ ਕੀ ਹੈ? ਮੈਂ ਬਪਤਿਸਮਾ ਲਿਆ ਹੋਇਆ ਹੈ। ਜੇ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਨਵਾਂ ਜਨਮ ਪਾਇਆ ਹੈ ਤਾਂ ਉਹ ਕਹਿੰਦੇ ਅਸੀਂ ਬਪਤਿਸਮਾ ਲਿਆ ਹੈ। ਉਹਨਾਂ ਨੂੰ ਨਾ ਖੁਸ਼ਖਬਰੀ ਦੇ ਨਾਲ ਕੋਈ ਮਤਲਬ ਹੈ, ਨਾ ਨਵੇਂ ਜਨਮ ਕਹਿਣ ਦਾ ਭਾਵ ਤੌਬਾ, ਰਿਪੈਂਟੈਂਸ, ਰਿਡੀਮਸ, ਇਹਨਾਂ ਦੇ ਬਾਰੇ ਉਹਨਾਂ ਨੂੰ ਕੋਈ ਮਤਲਬ ਨਹੀਂ। ਬਾਈਬਲ ਦੱਸਦੀ ਹੈ ਉਹ ਨਰਕ ਦੇ ਵਿੱਚ ਜਾ ਰਹੇ ਬਿਨਾਂ ਤੌਬਾ ਕੀਤਿਆਂ, ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕੀਤਿਆਂ ਤੁਸੀਂ ਕਦੇ ਸਵਰਗ ਦੇ ਵਿੱਚ ਵੜ ਨਹੀਂ ਸਕਦੇ। ਖੁਸ਼ਖਬਰੀ ਕੋਈ ਹੈ ਜਿਹੜੀ ਪਰਮੇਸ਼ਵਰ ਨੇ ਮੈਨੂੰ ਅਤੇ ਆਪ ਨੂੰ ਦਿੱਤੀ ਅਤੇ ਚੇਲਿਆਂ ਨੂੰ ਦਿੱਤੀ, ਜਿਸ ਦਾ ਪ੍ਰਚਾਰ ਕਰਨ ਦੇ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਕਮਾਂਡ ਵੀ ਦਿੱਤੀ। ਖੁਸ਼ਖਬਰੀ ਕੀ ਲਿਖਿਆ ਹੈ? ਜਦੋਂ ਅਸੀਂ ਮਰਕੁਸ ਰਚਿਤ ਸੁਸਮਾਚਾਰ ਉਸ ਦਾ 16 ਅਧਿਆਏ ਉਸ ਦਾ 15 ਆਇਤ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਪਰਮੇਸ਼ਵਰ ਦਾ ਦਾਸ ਆਖਦਾ ਹੈ, ਉਸ ਨੇ ਉਹਨਾਂ ਨੂੰ ਆਖਿਆ ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਵੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਪ੍ਰਭੂ ਯਿਸੂ ਮਸੀਹ ਨੇ ਕਿਹਾ। ਲੇਕਿਨ ਉਹ ਖੁਸ਼ਖਬਰੀ ਹੈ ਕੀ ਹੈ? ਬਹੁਤੇ ਲੋਕਾਂ ਨੂੰ ਇਹੋ ਨਹੀਂ ਪਤਾ ਹੈ। ਬਹੁਤੇ ਲੋਕ ਜਾਣਦੇ ਨਹੀਂ ਖੁਸ਼ਖਬਰੀ ਹੈ ਕੀ। ਖੁਸ਼ਖਬਰੀ ਹੈ ਕੀ ਹੈ? ਮੈਂ ਆਪ ਨੂੰ ਦੱਸਦਾ ਹਾਂ। ਜਦੋਂ ਅਸੀਂ ਪਹਿਲਾ ਕੁਰਿੰਥੀਆਂ ਉਸ ਦਾ 15 ਅਧਿਆਏ ਪੜ੍ਹਦੇ ਹਾਂ ਤਾਂ ਉਸ ਵਿੱਚ ਖੁਸ਼ਖਬਰੀ ਦਾ ਜ਼ਿਕਰ ਸਾਨੂੰ ਮਿਲਦਾ ਹੈ। ਖੁਸ਼ਖਬਰੀ ਦਾ ਜ਼ਿਕਰ ਸਾਨੂੰ ਮਿਲਦਾ ਹੈ। ਇੱਥੇ ਕੀ ਕਹਿੰਦਾ ਹੈ? ਮੈਂ 1 ਤੋਂ ਲੈ ਕੇ 4 ਆਇਤਾਂ ਤੱਕ ਫਟਾਫਟ ਆਪ ਦੇ ਲਈ ਪੜ੍ਹ ਰਿਹਾ ਹਾਂ।
ਹੁਣ हे ਭਰਾਵੋ ਮੈਂ ਤੁਹਾਨੂੰ ਖੁਸ਼ਖਬਰੀ ਚਿਤਾਰਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ, ਜਿਹਨੂੰ ਤੁਸੀਂ ਕਬੂਲ ਵੀ ਕੀਤਾ ਔਰ ਜਿਹਦੇ ਉੱਤੇ ਤੁਸੀਂ ਖਲੋਤੇ ਵੀ ਹੋ ਅਤੇ ਜਿਹਦੇ ਰਾਹੀਂ ਤੁਸੀਂ ਵਚ ਵੀ ਜਾਂਦੇ ਹੋ। ਜੇ ਤੁਸੀਂ ਉਸ ਅੰਜੀਲ ਵਚਨ ਨੂੰ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਫੜੀ ਰੱਖੋ, ਨਹੀਂ ਤਾਂ ਤੁਹਾਡਾ ਭਤੀਜਣਾ ਐਵੇਂ ਹੀ ਗਿਆ। ਕਿਉਂ ਜੋ ਮੈਂ ਮੁੱਖ ਗੱਲਾਂ ਵਿੱਚ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪ੍ਰਾਪਤ ਵੀ ਹੋਈ। ਕਿ ਖੁਸ਼ਖਬਰੀ ਸੁਣ ਲਓ ਹੁਣ, ਇਹ ਖੁਸ਼ਖਬਰੀ ਅਸਲ ਦੇ ਵਿੱਚ ਕਿ ਪੌਲਸ ਰਸੂਲ ਕਹਿ ਰਿਹਾ ਹੈ ਮੈਨੂੰ ਪ੍ਰਾਪਤ ਵੀ ਹੋਈ ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡੇ ਪਾਪਾਂ ਦੇ ਕਾਰਨ ਮੋਇਆ। ਪਹਿਲੀ ਗੱਲ। ਦੂਸਰੀ ਗੱਲ, ਅਤੇ ਇਹ ਕਿ ਉਹ ਦੱਬਿਆ ਗਿਆ, ਅਤੇ ਇਹ ਕਿ ਪੁਸਤਕਾਂ ਦੇ ਅਨੁਸਾਰ ਉਹ ਤੀਜੇ ਦਿਹਾੜੇ ਜੀ ਉੱਠਿਆ। ਪਹਿਲੀ ਗੱਲ, ਸਾਡੇ ਪਾਪਾਂ ਦੇ ਲਈ ਮਾਰਿਆ ਗਿਆ। ਦੂਸਰੀ ਗੱਲ, ਦੱਬਿਆ ਗਿਆ। ਤੀਸਰੀ ਗੱਲ, ਵਚਨ ਦੇ ਅਨੁਸਾਰ ਉਹ ਤੀਸਰੇ ਦਿਨ ਜੀ ਵੀ ਉੱਠਿਆ। ਇਹ ਖੁਸ਼ਖਬਰੀ ਹੈ। ਸਾਡਾ ਜ਼ਿਆਦਾਤਰ ਪ੍ਰਚਾਰ ਕੀ ਹੁੰਦਾ ਹੈ? ਅਚਰਜ ਦੇ ਕੰਮ। ਸਾਡਾ ਜ਼ਿਆਦਾਤਰ ਪ੍ਰਚਾਰ ਕੀ ਹੁੰਦਾ ਹੈ? ਦਾਨ। ਸਾਡਾ ਜ਼ਿਆਦਾਤਰ ਪ੍ਰਚਾਰ ਕੀ ਹੁੰਦਾ ਹੈ? ਅਸੀਂ ਇਸ ਤਰ੍ਹਾਂ ਦੇ ਕੰਮ। ਉਹਨਾਂ ਦਾ ਕੰਮ ਜਿਹੜਾ ਹੈ, ਪ੍ਰਚਾਰ ਜਿਹੜਾ ਹੈ, ਉਸ ਦੇ ਵਿੱਚ ਸਲੀਬ ਦੀ ਕਥਾ ਹੁੰਦੀ ਨਹੀਂ। ਉਹਨਾਂ ਦੇ ਵਿੱਚ ਕਰੂਸ ਦਾ ਪ੍ਰਚਾਰ ਹੁੰਦਾ ਹੀ ਨਹੀਂ। ਉਹਨਾਂ ਦੇ ਵਿੱਚ ਸੰਸਾਰ ਦਾ ਪ੍ਰਚਾਰ ਹੁੰਦਾ ਹੈ, ਸੰਸਾਰਿਕਤਾ ਦੀਆਂ ਗੱਲਾਂ ਦਾ ਪ੍ਰਚਾਰ ਹੁੰਦਾ ਹੈ। ਖੁਸ਼ਖਬਰੀ ਜਿਹੜੀ ਹੈ ਉਹ ਹੁੰਦੀ ਹੀ ਨਹੀਂ। ਪੌਲਸ ਰਸੂਲ ਕੀ ਕਹਿੰਦਾ ਹੈ? ਜਦੋਂ ਅਸੀਂ ਪਹਿਲਾ ਕੁਰਿੰਥੀਆਂ ਉਸ ਦਾ 1 ਅਧਿਆਇ ਉਸ ਦੀ 23 ਆਇਤ ਪੜ੍ਹਦੇ ਹਾਂ ਤਾਂ ਪੌਲਸ ਰਸੂਲ ਕੀ ਕਹਿੰਦਾ ਹੈ? ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਪਰ ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪ੍ਰਚਾਰ ਕਰਦੇ ਹਾਂ। ਜ਼ਿਆਦਾਤਰ ਪ੍ਰਚਾਰ ਕਿਹਦਾ ਹੋ ਰਿਹਾ? ਜ਼ਿਆਦਾਤਰ ਪ੍ਰਚਾਰ ਕਿਸ ਚੀਜ਼ ਦਾ ਹੋ ਰਿਹਾ? ਕਿਸ ਚੀਜ਼ ਦਾ ਸੁਣ ਰਹੇ? ਆਹ ਚਮਤਕਾਰ ਹੋ ਗਿਆ, ਉਹ ਚਮਤਕਾਰ ਹੋ ਗਿਆ, ਆਹ ਗੱਲ ਹੋ ਗਈ, ਉਹ ਗੱਲ ਹੋ ਗਈ। ਅਸੀਂ ਅਸਲ ਪ੍ਰਚਾਰ ਦੇ ਕੋਲ ਪਹੁੰਚੇ ਹੀ ਨਹੀਂ। ਅਸਲ ਪ੍ਰਚਾਰ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਪਹੁੰਚਣ ਹੀ ਦਿੱਤਾ, ਕਿਉਂਕਿ ਇਸ ਯੁੱਗ ਦਾ ਈਸ਼ਵਰ ਚਾਹੁੰਦਾ ਹੈ ਕਿ ਪਰਮੇਸ਼ਰ ਦੀ ਸੱਚਾਈ ਉਹਨਾਂ ਕੋਲ ਨਾ ਪਹੁੰਚੇ। ਜਦੋਂ ਅਸੀਂ ਦੂਸਰਾ ਕੁਰਿੰਥੀਆਂ ਉਸ ਦਾ 4 ਪੜ੍ਹਦੇ ਹਾਂ ਤਾਂ ਉਸ ਵਿੱਚ ਕੀ ਕਹਿੰਦਾ ਹੈ? ਇਸ ਯੁੱਗ ਦੇ ਈਸ਼ਵਰ ਨੇ ਬੇਪਰਤੀਤਿਆਂ ਦੀਆਂ ਬੁੱਧਾਂ ਅੰਨੀਆਂ ਕਰ ਦਿੱਤੀਆਂ ਕਿ ਮਤੇ ਮਸੀਹ ਜੋ ਪਰਮੇਸ਼ਰ ਦਾ ਸਰੂਪ ਹੈ ਉਸ ਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਦੇ ਉੱਤੇ ਪ੍ਰਕਾਸ਼ ਹੋਵੇ। ਇਸ ਯੁੱਗ ਦਾ ਈਸ਼ਵਰ ਚਾਹੁੰਦਾ ਹੀ ਨਹੀਂ ਕਿ ਪਰਮੇਸ਼ਰ ਦੀ ਸੱਚੀ ਖੁਸ਼ਖਬਰੀ ਮੇਰੇ ਅਤੇ ਤੁਹਾਡੇ ਕੋਲ ਪਹੁੰਚੇ। ਅਸੀਂ ਹੋਰ ਗੱਲਾਂ ਦੇ ਉੱਤੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਕੱਲ ਤਾਂ ਮੈਂ ਦੇਖ ਰਿਹਾ ਕਈ ਲੋਕ ਕਹਿ ਰਹੇ ਆ ਕਿ ਤੁਸੀਂ ਆਹ ਤੇਲ ਪ੍ਰਾਰਥਨਾ ਕੀਤਾ ਹੋਇਆ ਲੈ ਜਾਓ, ਆਹ ਪਾਣੀ ਆਪਣਾ ਤੇਲ ਕੀਤਾ ਹੋਇਆ ਲੈ ਜਾਓ, ਤੁਸੀਂ ਠੀਕ ਹੋ ਜਾਓ। ਮੇਰਾ ਪ੍ਰਭੂ ਯਿਸੂ ਮਸੀਹ ਤੇਲ ਲੈ ਕੇ ਨਹੀਂ ਸੀ ਆਇਆ। ਮੇਰਾ ਪ੍ਰਭੂ ਯਿਸੂ ਮਸੀਹ ਉਹ ਸਵਰਗ ਤੋਂ ਪਾਣੀ ਲੈ ਕੇ ਨਹੀਂ ਸੀ ਆਇਆ। ਉਹ ਆਪਣੀ ਜਿੰਦ ਲੈ ਕੇ ਆਇਆ ਸੀ, ਪਵਿੱਤਰ ਜਿੰਦ, ਜਿਹੜੀ ਮੇਰੇ ਪਾਪ ਨੂੰ ਮਾਫ ਕਰ ਸਕਦੀ ਸੀ, ਜਿਹੜੀ ਮੇਰੇ ਪਾਪ ਨੂੰ ਧੋ ਸਕਦੀ ਸੀ, ਜਿਹੜੀ ਮੇਰੇ ਪਾਪ ਨੂੰ क्षमा ਕਰ ਸਕਦੀ ਸੀ, ਜਿਹੜੀ ਮੈਨੂੰ ਪਰਮੇਸ਼ਰ ਦੇ ਨਾਲ ਮਿਲਾ ਸਕਦੀ ਸੀ, ਜਿਹੜੀ ਮੈਨੂੰ ਪਰਮੇਸ਼ਰ ਦਾ ਪੁੱਤਰ ਹੋਣ ਦਾ ਹੱਕ ਦੇ ਸਕਦੀ ਸੀ, ਜਿਹੜੀ ਮੈਨੂੰ ਸਦਾ ਦਾ ਜੀਵਨ ਦੇ ਸਕਦੀ ਸੀ। ਅਸੀਂ ਉਸ ਖੁਸ਼ਖਬਰੀ ਤੋਂ ਲਾਂਭੇ ਹੋ ਕੇ ਤੇਲ, ਪਾਣੀ ਅਤੇ ਅਚਰਜ ਕੰਮ ਅਤੇ ਦਾਨਾਂ ਦੇ ਵਿੱਚ ਚਲੇ ਗਏ। एक खुशखबरी नहीं है। दिस इज नॉट गुड न्यूज। गुड न्यूज की है? प्रभु यीशु मसीह मेरे पापी दे लई मारिया गया। प्रभु यीशु मसीह मेरे पापी दे लई दबिया गया। प्रभु यीशु मसीह मेरे पापी नूं जीवंत करन दे लई तीसरे दिहाड़े जी उठिया। हुण ओह मेरा प्रभु है। दैट इज ट्रू गुड न्यूज। ਇਹ ਉਹ ਸੱਚਾ ਖੁਸ਼ਖਬਰੀ ਦਾ ਸੰਦੇਸ਼ ਹੈ ਜੋ ਪਰਮੇਸ਼ਰ ਨੇ ਮੇਰੇ ਲਈ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਉਸ ਦੀ ਕੁਰਬਾਨੀ ਦੇ ਨਾਲ ਮੇਰੇ ਲਈ ਦਿੱਤਾ ਹੈ। ਅਸੀਂ ਉਸ ਪ੍ਰਚਾਰ ਦੀ ਬਜਾਏ ਅੱਜ ਹੋਰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਬਾਈਬਲ ਦੇ ਵਿੱਚ ਕੁਝ ਗੱਲਾਂ ਮੈਂ ਆਪ ਦੇ ਨਾਲ ਕਰਨਾ ਚਾਹੁੰਦਾ ਹਾਂ ਜਿਹੜੀਆਂ ਇਸ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ ਹੈ। ਜਦੋਂ ਮੈਂ ਗਲਾਤੀਆਂ ਦੀ ਪੁਸਤਕ ਉਸ ਦਾ
5:2 ਪੜ੍ਹਦਾ ਹਾਂ ਤਾਂ ਉਸ ਵਿੱਚ ਲਿਖਿਆ ਹੈ 5:2 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਕਹਿੰਦਾ ਵੇਖੋ ਪੌਲਸ ਤੁਹਾਨੂੰ ਆਖਦਾ ਹੈ ਭਾਈ ਜੇ ਤੁਸੀਂ ਸੁੰਨਤ ਕਰਾਵੋ ਤਾਂ ਮਸੀਹ ਕੋਲੋਂ ਤੁਹਾਨੂੰ ਕੁਝ ਲਾਭ ਨਾ ਹੋਵੇਗਾ। ਦੇਖੋ ਕਿਉਂਕਿ ਯਹੂਦੀਆਂ ਦੇ ਵਿੱਚ ਜਦੋਂ ਗਲਾਤੀਆਂ ਦੀ ਪੁਸਤਕ ਨੂੰ ਪੌਲਸ ਇਹ ਸੰਦੇਸ਼ ਲਿਖ ਰਿਹਾ ਹੈ, ਇਹ ਗੱਲ ਦੱਸ ਰਿਹਾ ਹੈ ਕਿ ਤੁਸੀਂ ਹੋਰ ਖੁਸ਼ਖਬਰੀ ਵੱਲ ਭੱਜ ਪਏ। ਕਾਰਨ ਕੀ ਸੀਗਾ ਉਹਦਾ? ਉਸ ਕਾਰਨ ਨੂੰ ਅਸੀਂ ਸਮਝਣਾ ਹੈ। ਜਦ ਉਸ ਕਾਰਨ ਨੂੰ ਅਸੀਂ ਸਮਝ ਨਹੀਂ ਰਹੇ ਹਾਂ ਤਾਂ ਉਸ ਦੇ ਵਿੱਚ ਸਾਡੇ ਕੋਲੋਂ ਇੱਕ ਬਹੁਤ ਵੱਡੀ ਗਲਤੀ ਹੋ ਰਹੀ ਹੈ। ਉਹ ਗਲਤੀ ਕੀ ਹੋ ਰਹੀ ਹੈ? ਮੈਂ ਉਹ ਵੀ ਆਪ ਦੇ ਲਈ ਪੜ੍ਹਦਾ ਹਾਂ। ਗਲਾਤੀਆਂ 4:10 ਦੇ ਵਿੱਚ ਪੌਲਸ ਰਸੂਲ ਇੱਥੇ ਕੁਝ ਇਸ ਤਰ੍ਹਾਂ ਕਹਿੰਦਾ, ਤੁਸੀਂ ਦਿਨਾਂ ਅਤੇ ਮਹੀਨਿਆਂ ਅਤੇ ਸਮੇਂ ਅਤੇ ਵਰਿਆਂ ਨੂੰ ਮੰਨਦੇ ਹੋ। ਜਦੋਂ ਪ੍ਰਭੂ ਯਿਸੂ ਮਸੀਹ ਕਲਵਰੀ ਕਰੂਸ ਦੇ ਉੱਤੇ ਮੇਰੇ ਲਈ ਬਲੀਦਾਨ ਹੋ ਗਿਆ ਅਤੇ ਮੇਰੇ ਪਾਪਾਂ ਦਾ ਸਾਰਾ ਰਿਣ ਕਲਵਰੀ ਕਰੂਸ ਦੇ ਉੱਤੇ ਚੁਕਾ ਦਿੱਤਾ ਅਤੇ ਉਸ ਨੇ ਉਸ ਸਲੀਬ ਦੇ ਉੱਤੇ ਕਿਹਾ ਤੁਹਾਡੇ ਲਈ ਪੂਰਾ ਹੋਇਆ। ਉਸ ਨੇ ਜੋ ਸ਼ਰ੍ਹਾ ਮੈਨੂੰ ਦੱਸਦੀ ਸੀ ਯੂ ਆਰ ਦਾ ਸਿਨਰ, ਤੂੰ ਪਾਪੀ ਹੈ, ਉਸ ਦਾ ਕਰਜ਼ ਉਸਨੇ ਕਲਵਰੀ ਕਰੂਸ ਦੇ ਉੱਤੇ ਚੁਕਾ ਦਿੱਤਾ। ਤਾਂ ਮੇਰੇ ਲਈ ਮੇਰੇ ਲਈ ਕੀ ਹੈ ਜੋ ਆਪਣਾ 4 ਦਾ ਮੈਂ ਹੁਣ ਆਪ ਦੇ ਲਈ 10 ਦੇ ਵਿੱਚ ਪੜ੍ਹਿਆ ਹੈ। ਕਹਿੰਦਾ ਤੁਸੀਂ ਦਿਨਾਂ ਅਤੇ ਮਹੀਨਿਆਂ ਅਤੇ ਸਮਿਆਂ ਇਹ ਖਤਮ ਹੋ ਗਏ। ਹੁਣ ਉਹ ਦਿਨ ਅਤੇ ਸਮੇਂ ਔਰ ਸਾਡੇ ਕੋਲ ਮਹੀਨੇ ਨਹੀਂ ਰਹੇ। ਅਸੀਂ ਅੱਜ ਕੀ ਕਰ ਰਹੇ ਹਾਂ? ਕੀ ਆਪਣਾ ਅਸੀਂ ਗੱਲਾਂ ਕਰ ਰਹੇ ਹਾਂ? ਲੈ ਜੀ ਪਰਬ ਦਾ ਦਿਨ ਆ ਗਿਆ। ਹੁਣ ਸਾਡੇ ਲਈ ਬ੍ਰਤ ਦੇ ਦਿਨ ਆ ਗਏ। ਹੁਣ ਸਾਡੇ ਲਈ ਪੈਂਤੇਕੋਸਤ ਦੇ ਦਿਨ ਆ ਗਏ। ਸਾਡੇ ਲਈ ਇਹ ਪਰਮੇਸ਼ਵਰ ਨੇ ਕਲਵਰੀ ਕਰੂਸ ਦੇ ਉੱਤੇ ਪੂਰਾ ਕਰ ਦਿੱਤਾ। ਹੁਣ ਕਰਨਾ ਕੀ ਹੈ? ਮੈਂ ਪਰਮੇਸ਼ਵਰ ਦਾ ਧੰਨਵਾਦ, ਪਰਮੇਸ਼ਵਰ ਦੀ ਮਹਿਮਾ, ਪਰਮੇਸ਼ਵਰ ਦੀ ਵਡਿਆਈ, ਪਰਮੇਸ਼ਵਰ ਦੀ ਉਸਤਤ ਔਰ ਉਸ ਦੀ ਖੁਸ਼ਖਬਰੀ ਦਾ ਪ੍ਰਚਾਰ। ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਇਹ ਮੇਰੀ ਖੁਸ਼ਖਬਰੀ ਹੈ ਅਤੇ ਮੈਂ ਉਸ ਵਿੱਚ ਜ਼ਿੰਦਾ ਹਾਂ ਅਤੇ ਮੈਂ ਕਹਿ ਰਿਹਾ ਹਾਂ ਪ੍ਰਭੂ ਯਿਸੂ ਮਸੀਹ ਹੁਣ ਮੇਰੇ ਵਿੱਚ ਜ਼ਿੰਦਾ ਹੈ, ਜਿਸ ਦੀ ਗਵਾਹੀ ਪੌਲਸ ਰਸੂਲ ਗਲਾਤੀਆਂ 2:20 ਦੇ ਵਿੱਚ ਦਿੰਦਾ ਹੈ ਅਤੇ ਕਹਿੰਦਾ ਹੈ ਮੈਂ ਮਸੀਹ ਦੇ ਲਈ ਸਲੀਬ ਦਿੱਤਾ ਗਿਆ ਹਾਂ, ਪਰ ਹੁਣ ਤੋਂ ਮੈਂ ਨਹੀਂ ਜਿਉਂਦਾ, ਮਸੀਹ ਮੇਰੇ ਵਿੱਚ ਜਿਉਂਦਾ ਹੈ। ਜਿਹੜਾ ਜੀਵਨ ਹੁਣ ਸਰੀਰ ਵਿੱਚ ਭੋਗਦਾ ਹਾਂ ਪਰਮੇਸ਼ਰ ਦੇ ਪੁੱਤਰ ਉੱਤੇ ਨਿਹਚਾ ਨਾਲ ਭੋਗਦਾ ਹਾਂ, ਜਿਹਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। ਹੁਣ ਮਸੀਹ ਮੇਰੇ ਵਿੱਚ ਜ਼ਿੰਦਾ ਹੈ। ਮੇਰੀ ਖੁਸ਼ਖਬਰੀ ਇਹੋ ਹੈ। ਹੁਣ ਮੈਂ ਉਹ ਕੰਮ ਨਹੀਂ ਕਰਦਾ ਜੋ ਮੈਂ ਪਹਿਲਾਂ ਕਰਦਾ ਸੀ। ਬਾਈਬਲ ਦੇ ਵਿੱਚ ਲਿਖਿਆ ਹੈ ਸ਼ਰਾਪਿਤ ਹੈ ਹਰ ਇੱਕ ਉਹ ਜਿਹੜਾ ਇਸ ਖੁਸ਼ਖਬਰੀ ਨੂੰ ਬਦਲਦਾ ਹੈ। ਅੱਜ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਿਉਂ ਨਹੀਂ ਕਰ ਰਹੇ? ਕਿਉਂਕਿ ਅਸੀਂ ਕਹਿੰਦੇ ਸਾਡੀਆਂ ਕਲੀਸਿਆਂ ਦੇ ਵਿੱਚ ਲੋਕ ਨਹੀਂ ਆ ਰਹੇ। ਚਮਤਕਾਰ ਚਾਹੀਦਾ, ਉਹਦੇ ਵਿੱਚ ਆਹ ਕੰਮ ਹੋਣੇ ਚਾਹੀਦੇ। ਮੈਂ ਚਮਤਕਾਰ ਦੇ ਅਗੇਂਸਟ ਨਹੀਂ ਆ। ਚਮਤਕਾਰ ਹੈ, ਬਾਈਬਲ ਦੱਸਦੀ ਆ, ਉਹ ਪਰਮੇਸ਼ਰ ਦੀ ਕਿਰਪਾ ਦੇ ਅਨੁਸਾਰ, ਉਹਦੀ ਮਰਜ਼ੀ ਦੇ ਅਨੁਸਾਰ। ਅਸੀਂ ਕਹਿੰਦੇ ਆ ਪ੍ਰਭੂ ਕਰ, ਇਹਦਾ ਮਤਲਬ ਅਸੀਂ ਪ੍ਰਭੂ ਨੂੰ ਆਰਡਰ ਦੇ ਰਹੇ ਹਾਂ। ਕੀ ਅਸੀਂ ਰਾਜੇ ਨੂੰ ਆਰਡਰ ਦੇ ਸਕਦੇ ਹਾਂ? ਕੀ ਅਸੀਂ ਮਿਨਿਸਟਰ ਨੂੰ ਆਰਡਰ ਦੇ ਸਕਦੇ ਹਾਂ? ਨਥਿੰਗ ਐਲਸ। ਰਿਕੁਐਸਟ ਕਰ ਸਕਦੇ ਹਾਂ, ਬੇਨਤੀ ਕਰ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ, ਪ੍ਰਾਰਥਨਾ ਕਰ ਸਕਦੇ। ਅਸੀਂ ਉਹ ਨਹੀਂ ਕਰ ਰਹੇ, ਅਸੀਂ ਆਰਡਰ ਦੇ ਰਹੇ ਹਾਂ ਪ੍ਰਭੂ ਹੁਣੇ ਇਹਨੂੰ ਏਦਾਂ ਕਰ। ਪ੍ਰਭੂ ਦੀ ਮਾਂ ਨੇ ਵੀ ਕਿਹਾ ਸੀ ਪੁੱਤਰ ਇੱਥੇ ਹੁਣ ਮੈਂ ਖਤਮ ਹੋ ਗਈ ਹੈ। ਪ੍ਰਭੂ ਨੇ ਕਿਹਾ ਬੀਬੀ ਤੈਨੂੰ ਮੈਨੂੰ ਕੀ? ਅਸੀਂ ਉਹਨੂੰ ਆਰਡਰ ਨਹੀਂ ਦੇ ਸਕਦੇ। ਪਰਮੇਸ਼ਰ ਆਪਣੀ ਮਰਜ਼ੀ ਦਾ ਮਾਲਕ ਹੈ, ਜਿਹਨੂੰ ਜੋ ਚਾਹੁੰਦਾ ਹੈ ਉਸ ਨੂੰ ਦਿੰਦਾ ਹੈ। ਦਾਊਦ ਨੇ ਵੀ ਤਰਲਾ ਪਾਇਆ। ਦਾਊਦ ਨੇ ਆਪਣੇ ਪੁੱਤਰ ਦੇ ਲਈ ਲਗਾਤਾਰ ਬ੍ਰਤ ਸਹਿਤ ਪ੍ਰਾਰਥਨਾ ਕੀਤੀ ਕਿ ਉਹ ਬਚ ਗਿਆ। ਅਸੀਂ ਆਰਡਰ ਨਹੀਂ ਕਰ ਸਕਦੇ ਹਾਂ। ਇਹ ਪ੍ਰਭੂ ਦੀ ਮਰਜ਼ੀ ਹੈ ਜੀਵਨ ਦੇਣਾ ਅਤੇ ਜੀਵਨ ਲੈਣਾ। ਪਰ ਵਿਸ਼ਵਾਸੀ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਵਿਸ਼ਵਾਸੀ ਬਿਮਾਰ ਹੋ ਗਿਆ, ਵਿਸ਼ਵਾਸੀ ਅਜੇ ਹੀ ਸਟੇਜ ਤੇ ਪਹੁੰਚ ਗਿਆ ਕਿ ਹੁਣ ਜੀਵਨ ਸਮਾਪਤ ਹੈ, ਤਾਂ ਉਸ ਨੂੰ ਯਾਦ ਰੱਖਣਾ ਚਾਹੀਦਾ ਜੇ ਮੈਂ ਅੱਜ ਮਰ ਗਿਆ ਤਾਂ ਮੈਂ ਕਿੱਥੇ ਆਵਾਂਗਾ? ਇਨ ਹੈਵਨ, ਸਵਰਗ ਦੇ ਵਿੱਚ। ਪ੍ਰਭੂ ਨੇ ਕਿਹਾ ਜਿਹੜਾ ਮੇਰੇ ਵਿੱਚ ਮਰ ਵੀ ਜਾਂਦਾ ਉਹ ਤਾਂ ਵੀ ਜੀਵੇਗਾ। ਕਿੱਥੇ? ਸਵਰਗ ਦੇ ਵਿੱਚ। ਸਾਨੂੰ ਫੇਥ ਨਹੀਂ, ਸਾਨੂੰ ਵਿਸ਼ਵਾਸ ਨਹੀਂ।
ਅਸੀਂ ਵਿਸ਼ਵਾਸ ਦੇ ਨਾਲ ਜੇ ਜੀਵਨ ਜੀਂਦੇ ਹਾਂ, ਵਿਸ਼ਵਾਸ ਦੇ ਵਿੱਚ ਆਪਣਾ ਅਸੀਂ ਚੱਲਦੇ ਹਾਂ, ਪ੍ਰਭੂ ਦੇ ਅੱਗੇ ਝੁੱਕ ਕੇ, ਬਾਈਬਲ ਦੇ ਵਿੱਚ ਲਿਖਿਆ ਹੈ ਦੀਨ ਬਣੋ ਤਾਂ ਤੁਸੀਂ ਪਰਮੇਸ਼ਵਰ ਦੇ ਰਾਜ ਨੂੰ ਵੇਖੋਗੇ, ਤਾਂ ਤੁਸੀਂ ਉਹਦੇ ਕੰਮ ਵੇਖੋਗੇ। ਨੀਵੇਂ ਹੋਵੋ, ਅਸੀਂ ਉਹ ਕੰਮ ਕਰ ਨਹੀਂ ਰਹੇ। ਅਸੀਂ ਹੋਰ ਅੰਜੀਲ ਦੇ ਵਿੱਚ ਭੱਜਣਾ ਸ਼ੁਰੂ ਹੋ ਗਏ। ਬਾਈਬਲ ਦੇ ਵਿੱਚ ਮੈਂ ਇੱਕ ਹੋਰ ਵਚਨ ਪੜ੍ਹਨਾ ਚਾਹੁੰਦਾ ਹਾਂ। ਯਰਮਾਇਆ ਦੀ ਪੁਸਤਕ ਦੇ ਵਿੱਚ ਯਰਮਾਇਆ ਨੂੰ ਪਰਮੇਸ਼ਵਰ ਨੇ ਸੰਦੇਸ਼ ਦੇਣ ਨੂੰ ਕਿਹਾ ਸੀ, ਉਸ ਸਮੇਂ ਦੇ ਨਬੀਆਂ ਨੂੰ, ਜਿਨ੍ਹਾਂ ਨੇ ਪਰਮੇਸ਼ਵਰ ਦੀ ਗਲਤ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ, ਪਰਮੇਸ਼ਵਰ ਦੇ ਵਚਨ ਨੂੰ ਬਦਲਣਾ ਸ਼ੁਰੂ ਕਰ ਦਿੱਤਾ। ਕੀ ਲਿਖਿਆ ਹੈ? ਜਦੋਂ ਮੈਂ ਯਰਮਾਇਆ ਦੀ ਪੁਸਤਕ ਉਸ ਦਾ 23 ਅਧਿਆਏ ਉਸ ਦੀ 16 ਆਇਤ ਨੂੰ ਪੜ੍ਹਦਾ। ਸੈਨਾ ਦਾ ਯਹੋਵਾ ਇਉਂ ਆਖਦਾ ਹੈ, ਤੁਸੀਂ ਉਹਨਾਂ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਡੇ ਲਈ ਅਗੰਮ-ਵਗ ਬੋਲਦੇ ਹਨ। ਉਹ ਵਿਅਰਥ ਦੱਸਦੇ ਹਨ, ਉਹ ਆਪਣੇ ਦਿਲ ਦੇ ਦਰਸ਼ਨ ਦੱਸਦੇ ਹਨ, ਪਰ ਉਹ ਯਹੋਵਾ ਦੇ ਮੂੰਹੋਂ ਨਹੀਂ ਬੋਲਦੇ। ਕਾਰਨ परमेश्वर ने संपूर्ण अगम-वग, संपूर्ण बाइबल मैनू दे दी है। हुण इस तो अगे कोई होर अगम-वग नहीं है। व्यवस्था सार की पुस्तक दे विच परमेश्वर का वचन की कहता है? व्यवस्था सार की पुस्तक 4 अध्याय उसकी 2 आयत मैं आप दे लई पढ़ रहा हाँ। ड्यूटरोनोमी चैप्टर 4 उसकी 2 आयत नूं मैं आप दे लई पढ़ रहा। लिखिया है, जेड़े हुक्म मैं तुहानू दिंदा हां ना उन्हां विच वधायो ना उन्हां विच घटायो, तां जो तुसी यहोवा अपने परमेश्वर दे हुक्मां दी पालना करो जेड़ा ओ तुहानू दिंदा है, जेड़ा ओ तुहानू दिंदा है। उस दे नाल मैं व्यवस्था सार की 12 अध्याय उसकी 32 आयत नूं भी मैं आप दे लई पढ़ रहा हाँ, जिस दे विच परमेश्वर ने अपनी सच्चाई नूं मेरे लिए दस्या। कहंदा है, जो हुक्म मैं तुहानू दिंदा हाँ उसकी पालना करियो, ना उस विच कुछ वधायो अते ना उस विच घटायो। इस तो वध के होर किहड़ी गल है? इस बाइबल तो वध के होर किहड़ा अगम-वग है और कड़ी भविष्यवाणी है? परमेश्वर ने मैनू बाइबल दी है, तुहाडे सारिਆਂ कोल बाइबल होवेगी। ਅਸੀਂ इस बाइबल ਨੂੰ ना पढ़ते हुए उन्हां गल्लां दे वल चले जांदे हां ਜਿਹੜੀਆਂ गल्लां बाइबल दे विच है ही नहीं। इस करके तो पौलुस कहता है, तुसी असल खुशखबरी नूं छड्ड के होर खुशखबरी दे मगर लग। जिहड़ा होर खुशखबरी दा प्रचार करदा है, जिहड़ा इस वचन नूं छड्ड के होर गल्लां मिला के प्रचार कर रहा है, कहंदा ਉਹ ਸ਼ਰਾपित है, चाहे ਉਹ स्वर्ग दा है। ਅਸੀਂ ਹੋਰ खुशखबरी ਦੇ ਮਗਰ ਨਹੀਂ ਜਾਣਾ ਹੈ, ਅਸਲ खुशखबरी ਦੇ ਵਿੱਚ ਰਹਿਣਾ ਹੈ। ਬਾਈਬਲ ਦੇ ਵਿੱਚ ਬਾਰ-ਬਾਰ ਲਿਖਿਆ ਹੈ, ਉਸ ਸਮੇਂ ਵੀ ਬਹੁਤ ਸਾਰੇ ਲੋਕ ਅਜਿਹੇ ਨਿਕਲ ਆਏ ਸੀ ਜਿਨ੍ਹਾਂ ਨੇ ਪਰਮੇਸ਼ਰ ਦੇ ਵਚਨ ਨੂੰ ਗਲਤ ਕੀਤਾ ਹੈ। ਮੈਂ ਆਪ ਦੇ ਲਈ ਇੱਕ ਵਚਨ ਪੜ੍ਹ ਰਿਹਾ ਹਾਂ, ਮਤੀ ਰਚੀ ਸੁਸਮਾਚਾਰ 23 ਅਧਿਆਏ ਉਸ ਦਾ 12 ਵਚਨ ਦੇ ਵਿੱਚ प्रभु यसु मसीह जी अजिहे लोगों नूं झड़क रहे हैं जिहड़े गलत काम कर रहे सी उस समय दे विच। 23 दा 12 दे विच लिखिया होया है, कहंदा है, कहंदा है, पर हे कपटी ग्रंथियो अते फरीसियो तुहाडे उत्ते खाए, इसलिए जो तुसी स्वर्ग दे राज नूं मनुक्खां दे अंगे बंद करदे हो। तुसी अपने ढिड भरन दे लई तुसी ढिड दी सेवा कर रहे हो, तुसी अपनी सेवा कर रहे हो, बल्कि मनुक्खां नूं बचाउण वाली गल नहीं। प्रभु यसु मसीह ने पतरस नूं कहा सी, मैं तैनूं मनुक्खां दा शिकारी बनावांगा। मनुक्खां दा शिकारी की है? मनुक्खां दा शिकारी हो कि परमेश्वर की खुशखबरी दस के उन्होंने स्वर्ग राज दे विच लैके आना। एक पापी नूं यह संदेश देना कि प्रभु यसु मसीह तेरे पाप दे लई इस धरती दे उत्ते आके संपूर्ण कार्य जो तैं पाप कीते उस पाप नूं अपने उत्ते लैके ओ कलवरी क्रूस दे उत्ते तेरे सारे गुनाह दा कर्ज चुका के धरती दे विच दफन हो के मुड़ सानू जिउंदा करन दे लई आप जी उठिया। परमेश्वर दी समर्थ दे नाल असीं अज प्रभु यसु मसीह दे विच उस परमेश्वर पिता दी समर्थ नाल जिउंदे आ जिस दे विच उसने उहनूं जिंदा कीता। कि असीं ये विश्वास करदे
ਜੇ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਤਾਂ ਅਸੀਂ ਪਰਮੇਸ਼ਰ ਪੁੱਤਰ ਦੇ ਰਾਜ ਦੇ ਅਧਿਕਾਰੀ ਹਾਂ। ਇਸ ਲਈ ਪਿਆਰੋ, ਪ੍ਰਭੂ ਦਾ ਵਚਨ ਕਹਿੰਦਾ ਹੈ ਹੋਰ ਸਿੱਖਿਆ ਦੇ ਵੱਲ ਨਾ ਜਾਓ। ਕੁਝ ਗੱਲਾਂ ਮੈਂ ਆਪ ਦੇ ਲਈ ਆਪ ਨੂੰ ਦੱਸ ਰਿਹਾ ਹਾਂ, ਤੁਸੀਂ ਉਸ ਨੂੰ ਪੜ੍ਹਨਾ ਹੈ ਆਪਣੇ ਵਚਨ ਦੇ ਵਿੱਚ। ਦੂਸਰਾ ਪਤਰਸ 2 ਅਧਿਆਏ 1 ਤੋਂ 4 ਆਇਤਾਂ ਨੂੰ ਤੁਸੀਂ ਪੜ੍ਹਨਾ ਹੈ, ਜੋ ਇਸ ਸੰਸਾਰ ਦੇ ਨਾਲ ਉਸ ਸਮੇਂ ਦੇ ਵਿੱਚ ਦੱਸੀਆਂ ਗਈਆਂ ਹੈ। ਕਹਿੰਦਾ, ਪਰ ਉਹਨਾਂ ਲੋਕਾਂ ਵਿੱਚੋਂ ਝੂਠੇ ਨਬੀ ਵੀ ਉੱਠੇ, ਜਿਵੇਂ ਤੁਹਾਡੇ ਵਿੱਚੋਂ ਝੂਠੇ ਗੁਰੂ ਹੋਣਗੇ, ਜਿਹੜੇ ਨਾਸ਼ ਕਰਨ ਵਾਲੀਆਂ ਬਿੱਤਾਂ ਅਤੇ ਚੋਰੀ ਅੰਦਰ ਲਿਆਉਣਗੇ, ਅਤੇ ਉਹ ਸੁਆਮੀ ਜਿਹਦਾ ਉਹਨਾਂ ਨੂੰ ਮੁੱਲ ਲਿਆ ਸੀ ਇਨਕਾਰ ਕਰਕੇ ਛੇਤੀ ਆਪਣਾ ਨਾਸ਼ ਕਰਾਉਣਗੇ। ਔਰ ਬਹੁਤੇ ਉਹਨਾਂ ਦੇ ਵਿੱਚੋਂ ਲੁਚਪਣੇ ਦੇ ਮਗਰ ਲੱਗ ਕੇ ਤੁਰਨਗੇ, ਅਤੇ ਉਹਨਾਂ ਦੇ ਕਾਰਨ ਸੱਚਾਈ ਦੇ ਮਗਰ ਮਾਰਗ ਦੀ ਬਦਨਾਮੀ ਕੀਤੀ ਜਾਵੇਗੀ, ਅਤੇ ਲੋਭ ਦੇ ਮਾਰੇ ਉਹ ਬਣਾਉਣ ਦੀਆਂ ਗੱਲਾਂ ਨਾਲ ਤੁਹਾਨੂੰ ਖੱਟੀ ਦਾ ਢੰਗ ਬਣਾ ਛੱਡਣਗੇ, ਅਤੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਜਿਹੜਾ ਚੁੱਕਣਾ ਹੋਇਆ ਹੈ ਢਿੱਲ ਨਹੀਂ ਕਰਦਾ, ਅਤੇ ਉਹਨਾਂ ਦਾ ਨਾਸ਼ ਉਗਲਾਉਂਦਾ ਨਹੀਂ। ਕਿਉਂਕਿ ਜਦੋਂ ਪਰਮੇਸ਼ਵਰ ਨੇ ਦੂਤਾਂ ਨੂੰ ਜਿਸ ਵੇਲੇ ਉਹਨਾਂ ਪਾਪ ਕੀਤਾ ਨਾ ਛੱਡਿਆ, ਸਗੋਂ ਉਹਨਾਂ ਨੂੰ ਨਰਕ ਵਿੱਚ ਸੁੱਟ ਕੇ ਅੰਧਕੂਪਾਂ ਦੇ ਵਿੱਚ ਪਾ ਦਿੱਤਾ, ਭਾਈ ਨਿਆਂ ਦੇ ਦਿਨ ਲਈ ਉਹ ਕਾਬੂ ਰਹਿਣ। ਉਹ ਪਰਮੇਸ਼ਵਰ ਦੇ ਸ਼ਰਾਪ ਦੇ ਅਧੀਨ ਹੈ। ਸਵਰਗਦੂਤਾਂ ਨੂੰ ਪਰਮੇਸ਼ਵਰ ਨੇ ਨਹੀਂ ਛੱਡਿਆ, ਆਪਣੇ ਦਾਸ ਮੂਸਾ ਨੂੰ ਪਰਮੇਸ਼ਵਰ ਨੇ ਨਹੀਂ ਛੱਡਿਆ, ਜਿਹੜੇ ਪਰਮੇਸ਼ਵਰ ਦੇ ਪਿਆਰੇ ਸੀ। ਦਾਊਦ ਜਿਸ ਨੇ ਪ੍ਰਾਰਥਨਾ ਕੀਤੀ, ਪਰਮੇਸ਼ਵਰ ਨੇ ਉਹਦੀ ਨਹੀਂ ਸੁਣੀ। ਪਰਮੇਸ਼ਵਰ ਦੇ ਬਚਨ ਦੇ ਵਿੱਚ ਕੰਪਰੋਮਾਈਜ਼ ਸ਼ਬਦ ਨਹੀਂ ਹੈ। ਜੋ ਬਾਈਬਲ ਦੇ ਵਿੱਚ ਲਿਖ ਦਿੱਤਾ ਹੈ ਉਸ ਦੇ ਅਨੁਸਾਰ ਸਾਨੂੰ ਜੀਵਨ ਬਤੀਤ ਕਰਨਾ ਪਏਗਾ। ਅੰਤਿਮ ਵਚਨ ਮੈਂ ਆਪ ਦੇ ਅੱਗੇ ਪੜ੍ਹ ਕੇ ਸਮਾਪਤੀ ਵੱਲ ਜਾਵਾਂਗਾ। ਇੱਥੇ ਬਾਈਬਲ 'ਚ ਲਿਖਿਆ ਹੈ, ਪ੍ਰਕਾਸ਼ ਦੀ ਪੋਥੀ 22 ਅਧਿਆਇ ਉਸ ਦੀ 19 ਆਇਤ ਦੇ ਵਿੱਚ ਕਹਿੰਦਾ ਹੈ, ਅਤੇ ਜੇ ਕੋਈ ਇਸ ਅਗੰਮ ਬਾਕ ਦੀਆਂ, ਇਸ ਖੁਸ਼ਖਬਰੀ ਦੀਆਂ ਪੋਥੀ ਦੀਆਂ ਬਾਣੀ ਦੀਆਂ ਗੱਲਾਂ ਵਿੱਚੋਂ ਕੁਝ ਘਟਾਵੇ, ਜਾਂ ਜੀਵਨ ਦੇ ਵ੍ਰਿਕਸ਼ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ, ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪਰਮੇਸ਼ਰ ਉਸ ਦਾ ਹਿੱਸਾ ਘਟਾ ਦੇਵੇਗਾ, ਮਿਟਾ ਦੇਵੇਗਾ। ਇਸ ਲਈ ਪਿਆਰੋ, ਜੋ ਖੁਸ਼ਖਬਰੀ ਪਰਮੇਸ਼ਰ ਨੇ ਦਿੱਤੀ ਹੈ, ਜਿਸ ਦਾ ਪ੍ਰਚਾਰ ਸੰਤ ਪੌਲਸ ਨੇ ਕੀਤਾ, ਜਿਸ ਦਾ ਪ੍ਰਚਾਰ ਪਤਰਸ ਨੇ ਕੀਤਾ, ਜਿਸ ਦਾ ਪ੍ਰਚਾਰ ਯਾਕੂਬ ਨੇ ਕੀਤਾ, ਜਿਸ ਦਾ ਪ੍ਰਚਾਰ ਯਹੋਨਾ ਨੇ ਕੀਤਾ, ਜਿਸ ਦਾ ਪ੍ਰਚਾਰ ਪੌਲਸ ਨੇ ਕੀਤਾ, ਜਿਸ ਦਾ ਪ੍ਰਚਾਰ ਸਤਿਫਨਸ ਨੇ ਕੀਤਾ, ਉਹ ਪ੍ਰਚਾਰ ਕਰੀਏ। ਹੋਰ ਗੱਲਾਂ ਦੇ ਮਗਰ ਨਾ ਲੱਗੀਏ। ਉਹਨਾਂ ਨੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਉਹਨਾਂ ਨੇ ਕਿਹਾ, ਪ੍ਰਭੂ ਯਿਸੂ ਮਸੀਹ ਸਾਡੇ ਪਾਪਾਂ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ, ਹੁਣ ਉਹ ਮੇਰਾ ਪ੍ਰਭੂ ਹੈ। ਇਹ ਹੈ ਖੁਸ਼ਖਬਰੀ, ਇਹ ਹੈ ਅੰਜੀਲ ਜਿਸ ਦਾ ਅਸੀਂ ਪ੍ਰਚਾਰ ਕਰਨਾ। ਅਗਰ ਇਸ ਤੋਂ ਇਲਾਵਾ ਹੋਰ ਕੋਈ ਪ੍ਰਚਾਰ ਤੁਹਾਡੇ ਕੋਲ ਕਰੇ ਤਾਂ ਉਸ ਦੀ ਨਾ ਸੁਣਨਾ, ਨਹੀਂ ਤਾਂ ਤੁਸੀਂ ਸਵਰਗ ਰਾਜ ਤੋਂ ਭਟਕ ਜਾਓਗੇ, ਅਤੇ ਸਵਰਗ ਰਾਜ ਦੇ ਵਿੱਚ ਜੋ ਪ੍ਰਵੇਸ਼ ਕਰਨ ਦਾ ਦਰਵਾਜ਼ਾ ਤੁਹਾਡੇ ਲਈ ਖੁੱਲ੍ਹਾ ਹੈ, ਤੁਸੀਂ ਉਸ ਤੋਂ ਰਹਿ ਜਾਓਗੇ। ਇਸ ਲਈ ਉਸ ਖੁਸ਼ਖਬਰੀ ਦੇ ਵੱਲ ਜਾਓ ਜਿਹੜੀ ਮੈਨੂੰ ਜੀਵਨ ਦਿੰਦੀ ਆ। ਉਹ ਹੈ ਪ੍ਰਭੂ ਯਿਸੂ ਮਸੀਹ ਦਾ ਜੀਵਨ। ਜੇ ਤੁਸੀਂ ਉਹਦੇ ਵੱਲ ਜਾਓਗੇ ਤਾਂ ਤੁਸੀਂ ਜੀਵਨ ਪਾਓਗੇ, ਜੇ ਉਹਦੇ ਵੱਲ ਨਹੀਂ ਜਾਓਗੇ ਤਾਂ ਤੁਸੀਂ ਵਿਨਾਸ਼ ਦੀ ਕੱਟਣੀ ਕੱਟੋਗੇ। ਪਰਮੇਸ਼ਰ ਇਸ ਦਾ ਹਿਸਾਬ ਹਰ ਇੱਕ ਤੋਂ ਲਏਗਾ, ਮੇਰੇ ਤੋਂ ਵੀ ਲਏਗਾ, ਆਪ ਤੋਂ ਵੀ ਲਏਗਾ। ਇਸ ਲਈ ਪ੍ਰਭੂ ਆਪ ਨੂੰ ਜਿਉਂਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਲਈ, ਜਿਉਂਦੀ ਖੁਸ਼ਖਬਰੀ ਦੇ ਉੱਤੇ ਵਿਸ਼ਵਾਸ ਕਰਨ ਦੇ ਲਈ, ਜਿਉਂਦੀ ਖੁਸ਼ਖਬਰੀ ਦੇ ਅਨੁਸਾਰ ਚੱਲਣ ਦੇ ਲਈ, ਜਿਉਂਦੀ ਖੁਸ਼ਖਬਰੀ ਦੇ ਨਾਲ ਉਸ ਜਿਉਂਦੀ ਆਸ ਦੇ ਵਿੱਚ ਬਣੇ ਰਹਿਣ ਦੇ ਲਈ ਪ੍ਰਭੂ ਮੇਰੀ ਅਤੇ ਆਪ ਦੀ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।